फ्रेंड्स वेलकम टू ਮਲੂਕਾ ਆਈਐਸ। ਫਰੈਂਡਸ ਪੰਜਾਬੀ ਲਿਟਰੇਚਰ ਫॉर ਆਈਐਸ ਲਈ ਗੁਰਬਚਨ ਸਰ ਮਲੂਕਾ ਆਈਐਸ ਦੇ ਉੱਤੇ ਆਲਰੇਡੀ ਬੈਚਸ ਪੜ੍ਹਾ ਰਿਹਾ ਹੈ ਆਈਐਸ ਦੇ ਮੇਨਸ ਦੇ ਲਈ। ਫਰੈਂਡਸ ਪੰਜਾਬੀ ਲਿਟਰੇਚਰ ਇੱਕ ਇਹੋ ਜਿਹਾ ਸਬਜੈਕਟ ਹੈ ਜਿਹੜਾ ਪਹਿਲੀ ਗੱਲ ਤਾਂ ਆਪਣੇ ਦਿਲ ਦੇ ਕਲੋਜ਼ ਹੈ, ਦੂਸਰੀ ਗੱਲ ਪੰਜਾਬੀ ਹੋਣ ਦੇ ਕਰਕੇ ਆਪਾਂ ਨੂੰ ਇਹ ਸਮਝਣਾ ਸੌਖਾ ਹੈ ਕਿਉਂਕਿ ਆਪਣੀ ਮਾਤਰ ਭਾਸ਼ਾ ਦੇ ਵਿੱਚ ਹੈ। ਹੋਰ ਫਿਰ ਹੀ ਆਪਾਂ ਨੂੰ ਇੱਕ ਵਾਰੀ ਲੈਂਗੁਏਜ ਬਣਾਉਣਾ ਹੀ ਮੁਸ਼ਕਿਲ ਹੁੰਦੀ ਹੈ। ਇਹਦੇ ਵਿੱਚ ਬਹੁਤ ਜਿਵੇਂ ਜਪਜੀ ਸਾਹਿਬ ਦਾ ਪਾਠ ਆਪਾਂ ਹਰ ਬੱਚਿਆਂ ਨੇ ਆਪਾਂ ਕਹਿ ਸਕਦੇ ਘਰ ਦੇ ਵਿੱਚ ਸੁਣਿਆ ਹੋਇਆ ਜਾਂ ਕੁਝ ਹੋਰ ਹੈ ਜਾਂ ਹੋਰ ਅਲੱਗ-ਅਲੱਗ ਵਾਰਾਂ ਹੈ ਜਾਂ ਸਟੋਰੀਜ਼ ਹੈ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਆਪਾਂ ਸੁਣੀਆਂ ਹੋਈਆਂ ਹੈਗੀਆਂ। देयरफॉर इट इज़ इंपॉर्टेंट कि अपन यही ऑप्शनल चूज करते हैं अपने लिए आंसर राइटिंग लिखना कंपैरेटिवली बहुत ही सौखा हो जाऊगा तो वधिया तरीके नाल 300+ मार्क्स ईजिली स्कोर किए जा सकते हैं जे कॉम्प्रेहेंसिव तरीके दे नाल सिलेबस नूं कवर करवाया जाऊगा। तो कितनियां बुक्स पढ़न की लोड़ पऊगी क्लासेस ज्वाइन करने तो बाद। फ्रेंड्स बैच शुरू हो रहा है मंडे तो, नैक्सट बैच शुरू हो रहा है मंडे तो 26 तरीक नूं। टाइमिंग है बैच की 3 बजे तो लैके 5 बजे तक का, 505 तक तुहाडी क्लास होया करूगी। वेरी इंपॉर्टेंट कि तुहानूं क्लास दे विच बिठा के ही आंसर राइटिंग कराई जाऊगी। ऑनलाइन ते ऑफलाइन दोनों तरीके नाल बैचेस स्टार्ट किए जा रहे हैं। तो ऑनलाइन दे विच एक एडिशनल बेनिफिट है कि ऐ नहीं होगा कि 4-4.5 महीने दे विच तुहाडा सिलेबस खत्म हो गया फिर असीं तुहाडे लई लाइबल नहीं है, तुसीं लाइबिलिटी नहीं होगी, प्रॉब्लम हो जाऊगी। नहीं, बहुत ही कॉम्प्रेहेंसिव तरीके नाल पढ़ाया जाऊगा तो तुहाडे मेन्स तक असीं कोशिश करांगे तुसीं जो भी आंसर राइटिंग कर रहे हो उन्होंने तुहाडी हैल्प प्रोवाइड की जाए ताकि तुहाडी सक्सैस दे विच मलूका आईएएस तुहाडे नाल खड़ा है। किस तरीके नाल तुहानूं ऑप्शनल करवाया जाऊगा, की ऑप्शनल लैना चाहिए है, जे आपां लै रहे हैं की बेनिफिट है, ये तुहानूं बहुत ही कॉम्प्रेहेंसिव तरीके नाल गुरबचन सर हुण पढ़ाउण दस्सणगे। नाल ही ये भी डेफिनेटली दस्सिया जाऊगा कि किस तरीके नाल बच्चे स्कोर कर सकते हैं, कि किन्नियां क आपां नूं होर बुक्स पढ़न की लोड़ भी है कि नहीं लोड़ है, पूरे तो पूरा तुहानूं गुरबचन सर गाइड करनगे। सर प्लीज़। ਜਿਵੇਂ ਕਿ ਮਲੂਕਾ ਸਰ ਨੇ ਦੱਸਿਆ ਕਿ ਪੰਜਾਬੀ ਲਿਟਰੇਚਰ ਦੀ ਸਭ ਤੋਂ ਵੱਡੀ ਖੂਬੀ ਇਹ ਹੈਗੀ ਹੈ ਕਿ ਇਹ ਸਾਡੇ ਦਿਲ ਦੇ ਕਰੀਬ ਇੱਕ ਇਦਾਂ ਦਾ ਸਬਜੈਕਟ ਹੈਗਾ ਜਿਹਨੂੰ ਅਸੀਂ ਸ਼ੁਰੂ ਤੋਂ ਘਰ ਦੇ ਵਿੱਚ ਯੂਜ਼ ਵੀ ਕਰ ਰਹੇ ਹਾਂ, ਪੜ੍ਹ ਵੀ ਰਹੇ ਹਾਂ, ਹੈ ਨਾ। ਸਾਡੀ ਮਾਂ ਬੋਲੀ ਵੀ ਹੈਗੀ ਹੈ ਪੰਜਾਬੀ ਤੇ ਇਸ ਕਰਕੇ ਆਨਸਰ ਰਾਈਟਿੰਗ ਵਗੈਰਾ ਬਹੁਤ ਹੀ ਈਜ਼ੀਲੀ ਅਸੀਂ ਇਹਦੇ 'ਚ ਕਰ ਸਕਦੇ ਹਾਂ। ਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਆ ਕਿ ਪੰਜਾਬੀ ਦੇ ਰਾਹੀਂ ਅਸੀਂ ਆਪਸ਼ਨਲ ਦੇ ਵਿੱਚ 300 ਤੋਂ ਜ਼ਿਆਦਾ ਬਹੁਤ ਹੀ ਈਜ਼ੀਲੀ ਅਸੀਂ ਸਕੋਰ ਕਰ ਸਕਦੇ ਹਾਂ। ਬਹੁਤ ਹੀ ਇੰਟਰਸਟਿੰਗ ਸਬਜੈਕਟ ਹੈ ਕਿਉਂਕਿ ਇਹਦੇ ਵਿੱਚ ਤੁਸੀਂ ਨਾਵਲ ਪੜ੍ਹਨੇ ਨੇ, ਹੈ ਨਾ, ਇਹਦੇ ਵਿੱਚ ਤੁਸੀਂ ਸਫ਼ਰਨਾਮੇ ਪੜ੍ਹਨੇ ਨੇ, ਇਹਦੇ ਵਿੱਚ ਤੁਸੀਂ ਨਾਟਕ ਪੜ੍ਹਨੇ ਨੇ। ਇੱਦਾਂ ਦਾ ਸਬਜੈਕਟ ਹੈਗਾ ਜਿਹਦੇ ਵਿੱਚ ਤੁਸੀਂ ਨਾ, ਜੇ ਤੁਹਾਡਾ ਇੰਟਰਸਟ ਨਾ ਵੀ ਬਣ ਰਿਹਾ ਤਾਂ ਵੀ ਤੁਹਾਡਾ ਇੰਟਰਸਟ ਕ੍ਰੀਏਟ ਹੋ ਜਾਏਗਾ, ਹੈ ਨਾ। ਇਸ ਕਰਕੇ ਲਗਾਤਾਰ ਚੀਜ਼ਾਂ ਪੜ੍ਹਨ ਤੋਂ ਬਾਅਦ ਤੁਸੀਂ ਈਜ਼ੀਲੀ ਆਪਣੀਆਂ ਇਹ ਚੀਜ਼ਾਂ ਪੜ੍ਹ ਸਕਦੇ ਹੋ, ਬਹੁਤ ਈਜ਼ੀਲੀ ਤੁਸੀਂ ਇਹਨੂੰ ਪ੍ਰਿਪੇਅਰ ਕਰ ਸਕਦੇ ਹੋ, ਹੈ ਨਾ। ਤੇ ਨਾਲ ਨਾਲ ਕਿਤੇ ਨਾ ਕਿਤੇ ਸਾਡਾ ਜਿਹੜਾ ਸਪਿਰਿਚੁਅਲ ਐਸਪੈਕਟ ਹੈਗਾ, ਹੈ ਨਾ, ਅਧਿਆਤਮਕ ਪੱਖ ਜਿਹੜਾ ਹੈਗਾ, ਜਿਵੇਂ ਅਸੀਂ ਇਹਦੇ ਵਿੱਚ ਦੇਖਦੇ ਹਾਂ ਇਹਦਾ ਸਿਲੇਬਸ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ। ਜਪਜੀ ਸਾਹਿਬ ਇਹਦੇ ਵਿੱਚ ਹੈਗਾ, ਆਸਾ ਦੀ ਵਾਰ ਦਾ ਇਹਦੇ ਵਿੱਚ ਜ਼ਿਕਰ ਹੈਗਾ, ਭਗਤ ਫਰੀਦ ਦੀ ਬਾਣੀ ਇਹਦੇ ਵਿੱਚ ਹੈਗੀ ਹੈ ਨਾ। ਇਹ ਸਾਰੀਆਂ ਚੀਜ਼ਾਂ ਵੀ ਅਸੀਂ ਨਾਲ ਨਾਲ ਇਹਦੇ ਵਿੱਚ ਤਿਆਰ ਕਰਦੇ ਹਾਂ, ਠੀਕ ਹੈ। ਦੂਸਰਾ ਸਾਨੂੰ ਇਹ ਦੇਖਣਾ ਹੈਗਾ ਕਿ ਕਿਸ ਤਰੀਕੇ ਨਾਲ ਅਸੀਂ ਇਸ ਸਬਜੈਕਟ ਦੇ ਵਿੱਚ ਤੇ ਕਲਾਸ ਦੇ ਵਿੱਚ ਕਿਵੇਂ ਚੀਜ਼ਾਂ ਹੋਣਗੀਆਂ। ਜਿਵੇਂ ਤੁਹਾਨੂੰ ਪਤਾ ਲੱਗਿਆ ਕਿ ਨਵਾਂ ਬੈਚ ਜਿਹੜਾ ਹੈਗਾ ਉਹ ਸ਼ੁਰੂ ਹੋ ਰਿਹਾ ਹੈ ਮੰਡੇ ਤੋਂ, 3 ਤੋਂ 5 ਕਲਾਸ ਦਾ ਟਾਈਮਿੰਗ ਹੁੰਦਾ ਹੈ। ਤੇ ਜਿਹੜੇ ਬੱਚਿਆਂ ਨੇ ਹੁਣ ਤੱਕ ਡੈਮੋ ਕਲਾਸਿਸ ਦੇਖ ਲੀਆਂ ਹੋਣਗੀਆਂ, ਜਿਹੜਾ ਪਹਿਲਾ ਬੈਚ ਸ਼ੁਰੂ ਹੋਇਆ ਸੀ 5 ਜੂਨ ਨੂੰ, ਉਹਦੀਆਂ ਕਲਾਸਿਸ YouTube ਤੇ ਰੱਖੀਆਂ ਵੀ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਕਨਸੈਪਟ ਦੀ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਆ, ਠੀਕ ਹੈ। ਕਨਸੈਪਟ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਕਨਸੈਪਟ ਕਿਵੇਂ ਹੈਗਾ, ਠੀਕ ਹੈ। ਕਨਸੈਪਟ ਕਲੀਅਰ ਕਰਨ ਤੋਂ ਬਾਅਦ ਉਸੇ ਹੀ ਕਨਸੈਪਟ ਨੂੰ ਈਜ਼ੀ ਲੈਂਗੁਏਜ ਦੇ ਵਿੱਚ ਕਲਾਸ ਦੇ ਵਿੱਚ ਤੁਹਾਨੂੰ ਨੋਟ ਡਾਊਨ ਕਰਵਾ ਦਿੱਤਾ ਜਾਏਗਾ, ਹੈ ਨਾ। ਤੇ ਜਦੋਂ ਕਨਸੈਪਟ ਕਲੀਅਰ ਹੋ ਗਿਆ ਤੁਸੀਂ ਉਹਦੇ ਨੋਟਸ ਬਣਾ ਲਏ, ਠੀਕ ਹੈ। ਨੋਟਸ ਕਲਾਸ ਦੇ ਵਿੱਚ ਹੀ ਮੇਨਟੇਨ ਹੋ ਜਾਣਗੇ, ਫਿਰ ਕਲਾਸ ਦੇ ਵਿੱਚ ਹੀ ਤੁਹਾਡੀ ਆਨਸਰ ਰਾਈਟਿੰਗ ਵੀ ਹੋ ਜਾਏਗੀ, ਹੈ ਨਾ। ਤਾਂ 3 ਵਾਰੀ ਇੱਕ ਟੌਪਿਕ ਤੁਹਾਡਾ ਰਿਵਾਈਜ਼ ਹੋ ਜਾਏਗਾ, ਠੀਕ ਹੈ, ਕਲਾਸ ਦੇ ਵਿੱਚ। ਫਿਰ ਤੁਹਾਨੂੰ ਇੱਕ ਰਿਵੀਜ਼ਨ ਦੀ ਹੋਰ ਲੋੜ ਪੈਣੀ ਹੈ ਨਾ। ਓਵਰਆਲ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਆ, ਜਿਹੜੇ ਕਲਾਸ ਦੇ ਵਿੱਚ ਨੋਟਸ ਬਣ ਰਹੇ ਨੇ ਉਹੀ ਨੋਟਸ ਤੁਸੀਂ ਮਲਟੀਪਲ ਟਾਈਮਸ ਰਿਵਾਈਜ਼ ਕਰਨੇ ਨੇ। ਕੋਈ ਤੁਹਾਨੂੰ ਪ੍ਰਿੰਟਡ ਨੋਟਸ ਨਹੀਂ ਪੜ੍ਹਨਾ, ਕੋਈ ਤੁਹਾਨੂੰ ਪ੍ਰਿੰਟਡ ਨੋਟ ਐਕਸਟਰਾ ਦਿੱਤੇ ਨਹੀਂ ਜਾਣਗੇ, ਠੀਕ ਹੈ। ਕਲਾਸ ਦੇ ਵਿੱਚ ਹੀ ਇੱਕ ਖੂਬੀ, ਜਿਹੜੇ ਬੱਚੇ ਹੁਣ ਪੜ੍ਹ ਰਹੇ ਨੇ ਉਹਨਾਂ ਨੂੰ ਤਾਂ ਪਤਾ ਵੀ ਹੈਗਾ ਕਿ 250 ਤੋਂ 300 ਵਰਡ ਤੋਂ ਜ਼ਿਆਦਾ ਮੈਂ ਕੋਈ ਵੀ ਟੌਪਿਕ ਤੇ ਨਹੀਂ ਲਿਖਵਾਉਂਦਾ, ਠੀਕ ਹੈ। ਕਿਸੇ ਇਸ ਤੋਂ ਜ਼ਿਆਦਾ ਲਿਖਵਾਉਣ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਕਿਉਂਕਿ ਦੇਖੋ ਤੁਸੀਂ ਆਪ ਸੋਚੋ, ਅਗਰ ਪ੍ਰਿੰਟਡ ਨੋਟਸ ਤੁਹਾਡੇ ਕੋਲ ਕਿਸੇ ਟੌਪਿਕ ਤੇ ਲੈ ਕੇ 10 ਜਾਂ 15 ਪੇਜ ਦਾ ਹੈਗਾ, ਉਹਨੂੰ ਤੁਸੀਂ 150 ਵਰਡ ਹੀ 250 ਵਰਡ 'ਚ ਕਿਵੇਂ ਲਿਖੋਗੇ, ਹੈ ਨਾ। ਇਸ ਕਰਕੇ ਇੱਕ ਟੌਪਿਕ ਨੂੰ ਜੇ ਤੁਸੀਂ ਮੈਕਸਿਮਮ ਮੈਂ ਤੁਹਾਨੂੰ 300 ਵਰਡਸ 'ਚ ਦੇ ਦਿਆਂਗਾ ਤਾਂ ਉਹਦੇ 'ਚੋਂ ਕੁਐਸਚਨ ਭਾਵੇਂ 250 ਵਰਡ ਦਾ ਆ ਜਾਏ ਜਾਂ 150 ਵਰਡ ਦਾ ਆ ਜਾਏ, ਤੁਸੀਂ ਬਹੁਤ ਈਜ਼ੀਲੀ ਉਸ ਨੂੰ ਲਿਖ ਸਕਦੇ ਹੋ, ਠੀਕ ਹੈ। ਪੋਇਟਰੀ ਜਿਹੜੀ ਹੈਗੀ ਆ, ਜੋ ਵੀ ਆਥਰਸ ਨੇ ਉਹਨਾਂ ਦੀ ਪੋਇਟਰੀ ਆ, 3 ਤੋਂ 4 ਤੋਂ ਜ਼ਿਆਦਾ ਮੈਂ ਕੋਈ ਕਿਸੇ ਵੀ ਟੌਪਿਕ ਦੇ ਵਿੱਚ ਐਗਜ਼ਾਮਪਲ ਨਹੀਂ ਕੋਟ ਕਰਵਾਉਂਦਾ, ਹੈ ਨਾ। ਉਹਨੂੰ ਨਾਲ ਨਾਲ ਅਸੀਂ ਯਾਦ ਕਰ ਲੈਂਦੇ ਆ।
ਆਨਸਰ ਰਾਈਟਿੰਗ ਤੁਹਾਡੀ ਕਲਾਸ ਦੇ ਵਿੱਚ ਪੈਰਲਲ ਹੁੰਦੀ ਰਹਿੰਦੀ ਆ, ਬਹੁਤ ਈਜ਼ੀਲੀ ਤੁਸੀਂ 320 ਪਲੱਸ ਸਕੋਰ ਕਰ ਲਓਗੇ। ਸਿਰਫ ਤੇ ਸਿਰਫ ਟੈਕਸਟ ਬੁੱਕਸ ਤੁਸੀਂ ਪੜ੍ਹਨੀਆਂ ਨੇ, ਹੈ ਨਾ, ਜਿਵੇਂ ਨਾਟਕ ਨੇ ਬਲਵੰਤ ਗਾਰਗੀ ਦੇ, ਜਾਂ ਫਿਰ ਤੁਸੀਂ ਦੇਖੋਗੇ ਨਾਨਕ ਸਿੰਘ ਦੇ ਨਾਵਲ ਨੇ, ਉਹ ਤਾਂ ਕੰਪਲਸਰੀ ਨੇ, ਉਹ 7 8 10 ਕਿਤਾਬਾਂ ਨੇ ਜਿਹੜੀਆਂ ਤੁਸੀਂ ਪੜ੍ਹਨੀਆਂ ਨੇ। ਉਸ ਤੋਂ ਇਲਾਵਾ ਤੁਸੀਂ ਕੋਈ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਕਿਤਾਬ ਨਹੀਂ ਪੜ੍ਹਨੀ, ਕੋਈ ਤੁਹਾਨੂੰ ਐਕਸਟਰਾ ਪ੍ਰਿੰਟਡ ਨੋਟਸ ਨਹੀਂ ਪੜ੍ਹਨੇ, ਕੋਈ ਵੀ ਕੰਮ ਜਿਹੜਾ ਹੈਗਾ ਤੁਸੀਂ ਨਹੀਂ ਕਰਨਾ, ਉਹ ਸਾਰਾ ਤੁਹਾਡਾ ਕਲਾਸ ਦੇ ਵਿੱਚ ਹੀ ਕੰਪਲੀਟ ਕਰਵਾ ਦਿੱਤਾ ਜਾਏਗਾ। ਤੇ ਜੇ ਤੁਸੀਂ ਇਸ ਕੋਰਸ ਨੂੰ ਪ੍ਰੋਪਰ 3 ਤੋਂ 3.5 ਮਹੀਨੇ ਦੇ ਵਿੱਚ ਕੰਪਲੀਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ 'ਚ ਜਲਦੀ ਤੋਂ ਜਲਦੀ ਆਪਣੇ ਆਪ ਨੂੰ ਇਨਰੋਲ ਕਰ ਸਕਦੇ ਹੋ। ਪੰਜਾਬੀ ਲਿਟਰੇਚਰ ਬਹੁਤ ਹੀ ਈਜ਼ੀ ਸਬਜੈਕਟ ਹੈਗਾ, ਬਹੁਤ ਜ਼ਿਆਦਾ ਸਕੋਰਿੰਗ ਸਬਜੈਕਟ ਹੈਗਾ, ਤੇ ਕਿਤੇ ਨਾ ਕਿਤੇ ਸਾਡੇ ਦਿਲ ਨਾਲ ਜੁੜਿਆ ਹੋਇਆ ਹੈ, ਸਾਡੇ ਦਿਲ ਦੀਆਂ ਗਹਿਰਾਈਆਂ ਨਾਲ ਇਹ ਜੁੜਿਆ ਹੋਇਆ ਸਬਜੈਕਟ ਹੈ। ਤੇ ਮੈਂ ਤੁਹਾਨੂੰ ਬਸ ਇਹੀ ਕਹਾਂਗਾ ਕਿ ਜਲਦੀ ਤੋਂ ਜਲਦੀ ਆਪਣੇ ਆਪ ਨੂੰ ਇਨਰੋਲ ਕਰ ਲਓ, ਹੈ ਨਾ। ਬਾਕੀ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੋਵੇ ਤੁਸੀਂ ਨੰਬਰ ਜਿਹੜੇ ਦਿੱਤੇ ਹੋਏ ਨੇ ਉਹਨਾਂ ਤੇ ਕੰਟੈਕਟ ਕਰਕੇ ਸੰਪਰਕ ਕਰ ਸਕਦੇ ਹੋ। ਥੈਂਕ ਯੂ।